सत श्री अकाल, स्वागत है। गौरव शुक्ला मैं हां तुहाडे नाल ते इस बुलेटिन दा शुरुआत करन जा रहे हां किसानी अंदोलन दे नाल जुड़ियां दिन दियां दो वड्डियां खबरां दे नाल, दो तस्वीरां दे नाल, दो अहम जानकारियां दे नाल। शाम हुंदे हुंदे केंद्र दे किसानां दे लई गलबात वाले सद्दे दी खबर भी आ गई। उधर किसान जथेबंदियां दे वल्लों अंदोलन नूं लैके अगे दी रूपरेखा भी ऐलान दित्ती गई। तां दो वड्डियां खबरां दिन दियां। अगले 24 ਤੋਂ 48 ਘੰਟਿਆਂ ਦੇ ਵਿੱਚ ਕਿਸਾਨਾਂ ਦੀ ਕੇਂਦਰ ਦੇ ਨਾਲ ਗੱਲਬਾਤ ਹੋ ਸਕਦੀ ਹੈ। ਉਧਰ ਕਿਸਾਨਾਂ ਦੇ ਵੱਲੋਂ ਅਗਲੇ ਪੂਰੇ ਹਫ਼ਤੇ ਦਾ ਅੰਦੋਲਨ ਦਾ ਪ੍ਰੋਗਰਾਮ ਵੀ ਉਲੀਕ ਦਿੱਤਾ ਗਿਆ ਹੈ, ਐਲਾਨਿਆ ਗਿਆ ਹੈ ਤੇ ਤਿੱਖਾ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕਿਸਾਨ ਜਥੇਬੰਦੀਆਂ ਨੇ ਕੀਤਾ ਹੈ। ਤੇ ਵੱਡੀ ਖਬਰ, ਦੋ ਅਹਿਮ ਜਾਣਕਾਰੀਆਂ ਦੇ ਵਿੱਚੋਂ ਪਹਿਲੀ ਅਹਿਮ ਜਾਣਕਾਰੀ ਹੈ ਕਿ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਗੱਲਬਾਤ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਹੋ ਸਕਦੀ ਹੈ। ਵੱਡੀ ਖਬਰ ਹੈ, ਉਸ ਦੀ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ। ਜਲਦ ਸਰਕਾਰ ਦੀ ਕਿਸਾਨਾਂ ਦੇ ਨਾਲ ਮੀਟਿੰਗ ਹੋਵੇਗੀ, ਜਾਂ ਸੋਮਵਾਰ ਜਾਂ ਮੰਗਲਵਾਰ, ਜੋ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਅਗਲੇ 24 ਘੰਟੇ ਜਾਂ 48 ਘੰਟੇ ਬਹੁਤ ਅਹਿਮ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ। ਸੋਮਵਾਰ ਜਾਂ ਮੰਗਲਵਾਰ ਨੂੰ ਮੀਟਿੰਗ ਹੋ ਸਕਦੀ ਹੈ। ਪੀਟੀਆਈ ਨੇ ਗ੍ਰਹਿ ਮੰਤਰੀ ਦੇ ਹਵਾਲੇ ਤੋਂ ਇਹ ਖਬਰ ਦਿੱਤੀ ਹੈ। ਖੇਤੀਬਾੜੀ ਮੰਤਰੀ ਕਿਸਾਨਾਂ ਦੇ ਨਾਲ ਮੀਟਿੰਗ ਕਰਨਗੇ, ਗੱਲਬਾਤ ਹੋਏਗੀ। ਇਹ ਜਾਣਕਾਰੀ ਇਸ ਸਮੇਂ ਦਿੱਤੀ ਜਾ ਰਹੀ ਹੈ। ਨਿਊਜ਼ 18 ਨੇ ਹਾਲਾਂਕਿ ਤੁਹਾਨੂੰ ਦਿਨ ਦੇ ਵਿੱਚ ਹੀ ਇਹ ਸਾਫ਼ ਕਰ ਦਿੱਤਾ ਸੀ। ਪੂਰਾ ਐਤਵਾਰ ਅਸੀਂ ਪੂਰਾ ਦਿਨ ਤੁਹਾਡੇ ਤੱਕ ਜਾਣਕਾਰੀ ਪਹੁੰਚਾਈ ਹੈ ਕਿ ਸਰਕਾਰ ਦੇ ਨੁਮਾਇੰਦੇ ਜਾਂ ਕਹੀਏ ਕਿ ਬੀਜੇਪੀ ਦੇ ਨੁਮਾਇੰਦੇ, ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਸੀ। ਉਹਨਾਂ ਦੇ ਰਿਸੋਰਸਸ ਦੇ ਹਵਾਲੇ ਤੋਂ ਸਾਡੇ ਕੋਲ ਜਾਣਕਾਰੀ ਸੀ ਕਿ ਜਲਦ ਸੱਦਾ ਪਹੁੰਚ ਜਾਏਗਾ ਤੇ ਸੋਮਵਾਰ ਜਾਂ ਮੰਗਲਵਾਰ ਨੂੰ ਮੁਲਾਕਾਤ ਹੋ ਸਕਦੀ ਹੈ। ਤਾਂ ਜਾਣਕਾਰੀ ਇਸ ਸਮੇਂ ਅਹਿਮ ਹੈ। ਸੋਮਵਾਰ ਤੇ ਮੰਗਲਵਾਰ ਦਾ ਦਿਨ ਕਿਸਾਨੀ ਅੰਦੋਲਨ ਨੂੰ ਲੈ ਕੇ ਬਹੁਤ ਅਹਿਮ ਸਬਦੀਆਂ ਨਜ਼ਰ ਰਹਿਣਗੀਆਂ। ਸੋਮਵਾਰ ਤੇ ਮੰਗਲਵਾਰ ਦੇ ਦਿਨ ਉੱਤੇ ਉਮੀਦ ਹਰ ਕੋਈ ਇਹੀ ਕਰ ਰਿਹਾ ਹੈ ਕਿ ਇਸ ਵਾਰ ਦਾ ਮੰਗਲਵਾਰ ਖੂਬ ਮੰਗਲ ਹੋਏਗਾ ਪੂਰੇ ਦੇਸ਼ ਦੇ ਲਈ, ਕਿਸਾਨਾਂ ਦੇ ਲਈ, ਪੰਜਾਬ ਦੇ ਲੋਕਾਂ ਦੇ ਲਈ। ਤੇ ਹੁਣ ਦੂਜੀ ਅਹਿਮ ਜਾਣਕਾਰੀ ਜੋ ਪੂਰੇ ਦਿਨ ਚ ਸਾਹਮਣੇ ਆਈ, ਉਹ ਹੈ ਕਿਸਾਨਾਂ ਦੇ ਨਾਲ ਜੁੜੀ ਹੋਈ। ਕਿਸਾਨ ਜਥੇਬੰਦੀਆਂ ਨੇ ਮੀਟਿੰਗਾਂ ਲਗਾਤਾਰ ਕਰ ਰਹੇ ਨੇ। ਐਤਵਾਰ ਦੇ ਦਿਨ ਇੱਕ ਵਾਰ ਮੁੜ ਤੋਂ ਮੈਰਾਥਨ ਮੀਟਿੰਗ ਕੀਤੀ। ਇਸ ਦੇ ਵਿੱਚ ਜਥੇਬੰਦੀਆਂ ਨੇ ਅਗਲੇ ਪੂਰੇ ਹਫ਼ਤੇ ਦਾ ਪ੍ਰੋਗਰਾਮ ਉਲੀਕ ਦਿੱਤਾ ਹੈ ਕਿ ਕਿਸ ਤਰੀਕੇ ਨਾਲ ਹੁਣ ਅੰਦੋਲਨ ਨੂੰ ਅੱਗੇ ਲਿਜਾਇਆ ਜਾਵੇਗਾ ਤੇ ਹੋਰ ਤਿੱਖਾ ਕੀਤਾ ਜਾਏਗਾ। ਜਿਹਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਕਿ ਕੁਝ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਸੋਮਵਾਰ ਤੋਂ 24 ਘੰਟੇ ਦੀ ਰਿਲੇ ਭੁੱਖ ਹੜਤਾਲ, ਯਾਨੀ ਕਿ ਕ੍ਰਮਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਏਗੀ। ਪਹਿਲੇ ਦਿਨ ਹਰ ਮੋਰਚੇ ਦੇ ਉੱਤੇ 11 ਕਿਸਾਨ ਆਗੂ ਲੋਕ ਭੁੱਖ ਹੜਤਾਲ ਕਰਨਗੇ। 23 ਤਰੀਕ ਨੂੰ ਕਿਸਾਨ ਦਿਵਸ ਮਨਾਉਣ ਦਾ ਵੀ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ, ਯਾਨੀ ਕਿ ਬੁੱਧਵਾਰ ਨੂੰ। ਨਾਲ ਹੀ ਦੇਸ਼ ਵਾਸੀਆਂ ਨੂੰ ਕਿਸਾਨ ਅਪੀਲ ਵੀ ਕਰ ਰਹੇ ਨੇ ਕਿ 23 ਤਰੀਕ ਦੇ ਦਿਨ ਜਦੋਂ ਕਿਸਾਨ ਦਿਵਸ ਅਸੀਂ ਮਨਾਵਾਂਗੇ ਤਾਂ ਉਸ ਦਿਨ ਇੱਕ ਸਮੇਂ ਦਾ ਖਾਣਾ ਤੁਸੀਂ ਜ਼ਰੂਰ ਛੱਡੋ ਤੇ ਸਮਰਥਨ ਕਰੋ ਕਿਸਾਨਾਂ ਦਾ। ਨਾਲ ਹੀ ਕਿਸਾਨਾਂ ਦੇ ਵੱਲੋਂ 25, 26 ਤੇ 27 ਦਸੰਬਰ ਨੂੰ, ਯਾਨੀ ਕਿ ਆਉਂਦੇ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਹਰਿਆਣਾ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕੀਤੇ ਜਾਣ ਦਾ ਵੀ ਐਲਾਨ ਕੀਤਾ ਗਿਆ। ਕਿਸਾਨ ਜਥੇਬੰਦੀਆਂ ਕਹਿ ਰਹੇ ਨੇ ਕਿ ਹਰ ਟੋਲ ਪਲਾਜ਼ਾ ਤੇ ਹਰਿਆਣਾ ਦੇ ਵਿੱਚ ਅਸੀਂ ਧਰਨੇ ਪ੍ਰਦਰਸ਼ਨ ਦੇਵਾਂਗੇ ਤੇ ਜਿਵੇਂ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕੀਤੇ ਗਏ ਨੇ ਉਸ ਤਰੀਕੇ ਨਾਲ ਹਰਿਆਣਾ ਦੇ ਵਿੱਚ 25 ਤਰੀਕ, 26 ਤਰੀਕ, 27 ਤਰੀਕ ਟੋਲ ਪਲਾਜ਼ੇ ਫ੍ਰੀ ਰਹਿਣਗੇ। ਹਾਲਾਂਕਿ ਇਸ ਵਾਰ ਇਸ ਨੂੰ ਵੀਕਐਂਡ, ਲੌਂਗ ਵੀਕਐਂਡ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਹੈ। 25 ਤਰੀਕ ਦੀ ਕ੍ਰਿਸਮਸ ਦੀ ਛੁੱਟੀ ਹੁੰਦੀ ਹੈ, 26 ਤਰੀਕ ਦਾ ਸ਼ਨੀਵਾਰ ਹੈ, ਆਮ ਬਹੁਤ ਸਾਰੇ ਅਦਾਰਿਆਂ ਦੇ ਵਿੱਚ ਛੁੱਟੀ ਹੁੰਦੀ ਹੈ, 27 ਤਰੀਕ ਦਾ ਐਤਵਾਰ ਹੈ, ਉਹ ਵੀ ਇੱਕ ਛੁੱਟੀ ਦਾ ਦਿਨ ਹੈ। ਤਾਂ ਲੌਂਗ ਵੀਕਐਂਡ ਹੈ ਤਾਂ 25, 26, 27 3 ਦਿਨ ਛੁੱਟੀ ਵੀ ਹੋਏਗੀ। ਤਾਂ ਦੂਜੇ ਪਾਸੇ ਕਿਸਾਨਾਂ ਨੇ ਟੋਲ ਫ੍ਰੀ ਕਰਨ ਦਾ ਐਲਾਨ ਕੀਤਾ ਹਰਿਆਣਾ ਦੇ ਵਿੱਚ। ਤੇ ਨਾਲ ਹੀ ਕਿਸਾਨਾਂ ਦੇ ਵੱਲੋਂ 27 ਤਰੀਕ ਯਾਨੀ ਕਿ ਐਤਵਾਰ ਨੂੰ ਲੈ ਕੇ ਇੱਕ ਹੋਰ ਐਲਾਨ ਕੀਤਾ ਗਿਆ। ਹਰ ਮਹੀਨੇ ਦੇ ਆਖਰੀ ਐਤਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰੇਡੀਓ ਦੇ ਜ਼ਰੀਏ ਲੋਕਾਂ ਦੇ ਨਾਲ ਮਨ ਕੀ ਬਾਤ ਕਰਦੇ ਨੇ ਤੇ ਇਸ ਵਾਰ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਮਨ ਕੀ ਬਾਤ ਪ੍ਰੋਗਰਾਮ ਦੇ ਦੌਰਾਨ ਥਾਲੀਆਂ ਖੜਕਾਈਆਂ ਜਾਣ ਦੇਸ਼ ਭਰ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਮਨ ਕੀ ਬਾਤ ਪ੍ਰੋਗਰਾਮ ਰੇਡੀਓ ਦੇ ਜ਼ਰੀਏ ਕਰ ਰਹੇ। रिले हंगर स्ट्राइक, क्रमिक अनशन जिसको बोलते हैं, 8 घंटे का नहीं 24 घंटे का रिले हंगर स्ट्राइक जितनी भी साइट्स हैं सब पे शुरू होगा। यहां पे 11 लोगों का शुरू होगा, यहां पे जितने भी मोर्चे हैं सब पे 11 लोगों का शुरू होगा। 11 लोगों की टीम 24 घंटे के लिए बैठेगी, उसके बाद 11 लोग उसको शुरू करेंगे। 25, 26 और 27 को जो हरियाणा की जो टोल प्लाजा है वो सब इस 3 दिन के लिए फ्री किए जाएंगे। एक तो ये है। दूसरी बात ये है कि पूरे वर्ल्ड में जहां जहां हमारे इंडियन लोग बैठे हैं वो सब
एक प्रोटेस्ट करेंगे, सिफारत खाने जाएंगे। 26 और 27 को जितने भी एनडीए के साथी संगठन हैं, शेयर होल्डर हो इस सरकार के, आप इसके भागीदार हो, इसे मजबूर करें कि इस कानून को वापस ले सरकार, इन कानूनों को। अगर नहीं तो फिर वो भी आने वाले दिनों में उनका भी विरोध हो सकता है। कि मन की बात को शोर में डुबो देने के लिए हम पूरे देश के लोगों को ये कहेंगे कि जितनी देर तक प्रधानमंत्री जी मन की बात कहते रहे, उतनी देर तक अपने अपने घर पे वो थालियां खड़काकर इसका विरोध करते रहे। ਤਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਗੇ ਦਾ ਪ੍ਰੋਗਰਾਮ ਉਲੀਕ ਦਿੱਤਾ ਗਿਆ। ਪੂਰੇ ਹਫਤੇ ਦਾ ਪ੍ਰੋਗਰਾਮ ਦੱਸਿਆ ਗਿਆ। ਸੋਮਵਾਰ ਨੂੰ ਕੀ ਹੋਣਾ, ਉਸ ਤੋਂ ਬਾਅਦ ਬੁੱਧਵਾਰ ਨੂੰ ਕੀ ਹੈ ਤੇ ਫਿਰ ਸ਼ੁੱਕਰਵਾਰ ਤੋਂ ਐਤਵਾਰ ਤੱਕ ਦਾ ਵੀ ਪ੍ਰੋਗਰਾਮ ਉਲੀਕ ਦਿੱਤਾ ਗਿਆ ਹੈ। ਯਾਨੀ ਕਿ ਪ੍ਰਦਰਸ਼ਨ ਤਿੱਖਾ ਕਰ ਰਹੇ ਨੇ। ਪਰ ਇਸ ਸਭ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ, ਹਰਿਆਣਾ ਦੇ ਮੁੱਖ ਮੰਤਰੀ ਦਾ ਵੱਡਾ ਐਲਾਨ, ਵੱਡਾ ਬਿਆਨ ਉਸ ਦੇ ਨਾਲ ਜੁੜੀ ਹੋਈ। ਐਮਐਸਪੀ ਨੂੰ ਲੈ ਕੇ ਇਸ ਸਮੇਂ ਬਹੁਤ ਸਾਰੇ ਸ਼ੰਕੇ ਖਦਸ਼ੇ ਕਿਸਾਨਾਂ ਦੇ ਮਨਾਂ ਦੇ ਵਿੱਚ ਨੇ। ਸਰਕਾਰ ਬੇਸ਼ੱਕ ਬਹੁਤ ਸਾਰੇ ਦਾਅਵੇ ਕਿਸਾਨਾਂ ਦੇ ਲਈ ਕਰ ਰਹੀ ਹੋਵੇ ਤੇ ਇਸ ਵਿਚਾਲੇ ਹਰਿਆਣਾ ਦੇ ਮੁੱਖ ਮੰਤਰੀ ਨਾਰਨੌਲ ਪਹੁੰਚੇ ਹੋਏ ਸੀ ਤੇ ਸੰਬੋਧਨ ਕਰਦੇ ਹੋਏ ਉਹਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ। ਹਰਿਆਣਾ ਦੇ ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇ ਐਮਐਸਪੀ ਖਤਮ ਹੋ ਗਈ, ਜੇ ਮਿਨੀਮਮ ਸਪੋਰਟ ਪ੍ਰਾਈਸ ਖਤਮ ਹੋ ਗਿਆ, ਜੇ ਫਸਲਾਂ ਤੇ ਐਮਐਸਪੀ ਦਾ ਐਲਾਨ ਹੋਣਾ ਬੰਦ ਹੋ ਗਿਆ ਤਾਂ ਮੈਂ ਸਿਆਸਤ ਛੱਡ ਦਵਾਂਗਾ। ਇਹ ਹਰਿਆਣਾ ਦੇ ਮੁੱਖ ਮੰਤਰੀ ਕਹਿ ਰਹੇ ਨੇ। ਉਹਨਾਂ ਨੇ ਕਿਹਾ ਕਿ ਐਮਐਸਪੀ ਖਤਮ ਨਹੀਂ ਹੋਵੇਗੀ। ਕਿਸਾਨਾਂ ਨੂੰ ਨਵੇਂ ਕਾਨੂੰਨਾਂ ਦੇ ਨਾਲ ਐਮਐਸਪੀ ਖਤਮ ਹੋਣ ਦਾ ਖਦਸ਼ਾ। एमएसपी को साथ नहीं होने देंगे। मैंने तो पिछले विधानसभा के चुनाव में घोषणा की थी कि एमएसपी रहेगा, किसान था, है और रहेगा, मंडी थी, है और रहेगा, ऐसे ही एमएसपी थी, है और रहेगी। एमएसपी खत्म करने की कोशिश किसी ने की तो मनोहर लाल राजनीति छोड़ देगा, मित्रों छोड़ देगा। ਹੁਣ ਅੱਗੇ ਵਧਦੇ ਹਾਂ ਤੇ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਏਗੀ। ਕਿਸਾਨ ਅੰਦੋਲਨ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਦਿੱਲੀ ਵਿਖੇ ਨਤਮਸਤਕ ਹੋਣ ਪਹੁੰਚ ਗਏ। ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਉਹਨਾਂ ਨੇ ਸਿਰ ਝੁਕਾਇਆ, ਸਜਦਾ ਕੀਤਾ। ਕਿਸਾਨ ਅੰਦੋਲਨ ਦੇ ਵਿਚਾਲੇ ਪ੍ਰਧਾਨ ਮੰਤਰੀ ਦਾ ਅਚਾਨਕ ਇਸ ਤਰੀਕੇ ਨਾਲ ਗੁਰੂ ਘਰ ਪਹੁੰਚਣਾ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਐਤਵਾਰ ਨੂੰ ਸਵੇਰੇ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚ ਗਏ। ਉਹਨਾਂ ਨੂੰ ਅਚਾਨਕ ਗੁਰਦੁਆਰਾ ਕੰਪਲੈਕਸ ਦੇ ਵਿੱਚ ਦੇਖ ਕੇ ਪ੍ਰਬੰਧਕ ਕਮੇਟੀ ਦੇ ਲੋਕ ਵੀ ਹੈਰਾਨ ਰਹਿ ਗਏ, ਕਿਉਂਕਿ ਉਹਨਾਂ ਦੇ ਗੁਰਦੁਆਰਾ ਜਾਣ ਨੂੰ ਲੈ ਕੇ ਨਾ ਤਾਂ ਸੜਕਾਂ ਤੇ ਕੋਈ ਸਿਕਿਉਰਿਟੀ ਸੀ ਤੇ ਨਾ ਹੀ ਬੈਰੀਕੇਡਿੰਗ ਦਾ ਇੰਤਜ਼ਾਮ। ਬਸ ਇੱਕ ਆਮ ਆਦਮੀ ਦੀ ਤਰ੍ਹਾਂ ਬਿਨਾਂ ਕਿਸੇ ਪ੍ਰੋਗਰਾਮ ਦੇ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ। ਸੂਤਰਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਦੇ ਦੌਰੇ ਦੇ ਦੌਰਾਨ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਇਸ ਲਈ ਕਿਤੇ ਕੋਈ ਸੁਰੱਖਿਆ ਵਗੈਰਾ ਦਾ ਪ੍ਰਬੰਧ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕੁਝ ਤਸਵੀਰਾਂ ਟਵੀਟ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਨਜ਼ਰ ਆ ਰਹੇ ਨੇ। ਪੀਲਾ ਕੁੜਤਾ ਪਾ ਕੇ ਪ੍ਰਧਾਨ ਮੰਤਰੀ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਏ, ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕੀਤਾ। ਇਸ ਦੌਰਾਨ ਉਹ ਅਰਦਾਸ ਵਿੱਚ ਵੀ ਸ਼ਾਮਲ ਹੋਏ ਤੇ ਗੁਰੂ ਘਰ ਦੇ ਵੱਲੋਂ ਉਹਨਾਂ ਨੂੰ ਸਿਰੋਪਾ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਗੁਰੂ ਤੇਗ ਬਹਾਦਰ ਜੀ ਦੀ ਦਿਆਲਤਾ ਨੂੰ ਪ੍ਰੇਰਨਾਦਾਇਕ ਦੱਸਿਆ। प्रधानमंत्री जी 8:30 बजे के करीब अचानक आए, आके उन्होंने मत्था टेकिया, मत्था टेक के फिर परिक्रमा कीतियां, परिक्रमा करके फिर उन्होंने महाराज जी ਨੂੰ फुलमाला भेंट किया, चढ़ाया। उस तो बाद फिर गुरु को मर्यादा अनुसार उन्होंने असीं ਸਰੋਪਾ ਦਿੱਤਾ। ਸਰੋਪਾ ਗੁਰੂ ਘਰ 'ਚ ਸਰੋਪਾ ਦੇ ਕੇ ਫਿਰ उन्होंने इतिहास बारे दस्या भी इतिहास सुनाओ। फिर मैं उन्होंने गुरु तेग बहादुर जी का इतिहास सुनाया, गुरुद्वारा रकाबगंज ਸਾਹਿਬ ਦਾ ਇਤਿਹਾਸ ਸੁਣਾਇਆ। ਦਿੱਲੀ ਵਿੱਚ ਸਿੱਖਾਂ ਲਈ ਸਭ ਤੋਂ ਪਵਿੱਤਰ ਥਾਵਾਂ ਦੇ ਵਿੱਚੋਂ ਗੁਰਦੁਆਰਾ ਰਕਾਬਗੰਜ ਸਾਹਿਬ ਇੱਕ ਹੈ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਸ਼ਨੀਵਾਰ ਨੂੰ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਸੀ, ਪਰ ਪੀਐਮ ਮੋਦੀ ਉੱਥੇ ਨਹੀਂ ਆ ਸਕੇ ਸਨ ਅਤੇ ਐਤਵਾਰ ਅਚਾਨਕ ਉਹਨਾਂ ਦਾ ਇੱਥੇ ਆ ਜਾਣਾ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਕੁਝ ਕਿਲੋਮੀਟਰ ਦੂਰੀ ਤੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ, ਖਾਸ ਤੌਰ ਤੇ ਪੰਜਾਬ ਦੇ ਲੋਕ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਨੇ।
ਇਹ ਵੀ ਮੰਨਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਇਸ ਅੰਦੋਲਨ ਦੇ ਵਿਚਾਲੇ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਪਹੁੰਚ ਕੇ ਇੱਕ ਸੁਨੇਹਾ ਦਿੱਤਾ ਹੈ। ਹਾਲਾਂਕਿ ਬੀਜੇਪੀ ਲੀਡਰ ਇਸ ਨੂੰ ਪੂਰਨ ਤੌਰ ਤੇ ਸ਼ਰਧਾ ਦਾ ਮਾਮਲਾ ਦੱਸ ਰਹੇ ਨੇ ਅਤੇ ਇਸ ਨੂੰ ਕਿਸੇ ਹੋਰ ਨਜ਼ਰੀਏ ਦੇ ਨਾਲ ਨਾ ਦੇਖਣ ਦੀ ਗੱਲ ਕਹਿ ਰਹੇ ਨੇ। ਦਿੱਲੀ ਤੋਂ ਪੰਕਜ ਕਪਾਹੀ, ਨਿਊਜ਼ 18। ਹੁਣ ਅੱਗੇ ਵਧਦੇ ਹਾਂ ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਗੱਲ ਕਰਦੇ ਹਾਂ ਪੰਜਾਬ ਦੇ ਆੜਤੀਆਂ ਤੇ ਮਾਰੇ ਗਏ ਇਨਕਮ ਟੈਕਸ ਦੇ ਛਾਪਿਆਂ ਦੀ। ਆਈਟੀ ਦੀ ਇਸ ਕਾਰਵਾਈ ਨੇ ਕਿਸਾਨ ਅੰਦੋਲਨ ਨੂੰ ਹੋਰ ਤੁਲ ਦਿੱਤਾ ਹੈ। ਵਿਰੋਧੀ ਇਸ ਕਾਰਵਾਈ ਨੂੰ ਕੇਂਦਰ ਦੀ ਬਦਲਾਖੋਰੀ ਨੀਤੀ ਦੇ ਵਜੋਂ ਦੇਖ ਰਹੇ ਨੇ। ਕਿਸਾਨ ਅੰਦੋਲਨ ਨੂੰ ਦਬਾਉਣ ਦੇ ਵਿਰੋਧੀਆਂ ਵੱਲੋਂ ਕੇਂਦਰ ਸਰਕਾਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਕਿਸਾਨੀ ਅੰਦੋਲਨ ਦੇ ਵਿਚਾਲੇ ਪੰਜਾਬ ਦੇ ਵੱਡੇ ਆੜਤੀਆਂ ਤੇ ਇਨਕਮ ਟੈਕਸ ਦੀ ਰੇਟ ਨੇ ਸਿਆਸਤ ਹੋਰ ਵੀ ਗਰਮਾ ਦਿੱਤੀ ਹੈ। ਇਹਨਾਂ ਛਾਪੇਮਾਰੀਆਂ ਨੂੰ ਕੇਂਦਰ ਸਰਕਾਰ ਦੀ ਬਦਲਾਖੋਰੀ ਨੀਤੀ ਦੇ ਨਾਲ ਵੇਖਿਆ ਜਾ ਰਿਹਾ ਹੈ, ਕਿਉਂਕਿ ਜਿਨ੍ਹਾਂ ਆੜਤੀਆਂ ਜਾਂ ਵਪਾਰੀਆਂ ਦੇ ਘਰਾਂ ਤੇ ਕਾਰਵਾਈ ਹੋ ਰਹੀ ਹੈ ਉਹ ਕਿਸਾਨ ਅੰਦੋਲਨ ਨੂੰ ਖੁੱਲੇ ਤੌਰ ਤੇ ਸਮਰਥਨ ਦੇ ਰਹੇ ਨੇ। ਸ਼ੁੱਕਰਵਾਰ ਦੀ ਰਾਤ ਵੇਲੇ ਪੰਜਾਬ ਦੇ 7 ਵੱਡੇ ਆੜਤੀਆਂ ਦੇ ਘਰਾਂ ਤੇ ਘੰਟਿਆਂ ਬੱਧੀ ਛਾਪੇਮਾਰੀ ਕੀਤੀ ਗਈ। ਇਹਨਾਂ ਵਿੱਚ ਵਿਜੇ ਕਲੜਾ ਸੂਬਾ ਪ੍ਰਧਾਨ ਆੜਤੀਆ ਐਸੋਸੀਏਸ਼ਨ ਪੰਜਾਬ, ਪਵਨ ਗੋਇਲ ਪ੍ਰਧਾਨ ਆੜਤੀਆ ਐਸੋਸੀਏਸ਼ਨ ਸਮਾਣਾ, ਇਸ ਤੋਂ ਇਲਾਵਾ ਜਸਵਿੰਦਰ ਰਾਣਾ ਪ੍ਰਧਾਨ ਆੜਤੀਆ ਐਸੋਸੀਏਸ਼ਨ ਪਟਿਆਲਾ ਦਾ ਨਾਮ ਸ਼ਾਮਲ ਹੈ ਤੇ ਨਾਲ ਹੀ MS ਵਾਲੀਆ ਪ੍ਰਧਾਨ ਆੜਤੀਆ ਐਸੋਸੀਏਸ਼ਨ ਨਵਾਂ ਸ਼ਹਿਰ, ਹਰਦੀਪ ਲੱਡਾ ਆੜਤੀਆ ਐਸੋਸੀਏਸ਼ਨ ਰਾਜਪੁਰਾ, ਇਸ ਤੋਂ ਇਲਾਵਾ ਆੜਤੀਆ ਕਰਤਾਰ ਸਿੰਘ ਤੇ ਅਮਰੀਕ ਸਿੰਘ ਦਾ ਨਾਮ ਹੀ ਸ਼ਾਮਲ ਹੈ। ਇਨ੍ਹਾਂ ਹੀ ਨਹੀਂ, ਛਾਪੇਮਾਰੀ ਤੋਂ 4 ਦਿਨ ਪਹਿਲਾਂ ਕੁੱਲ 14 ਵਪਾਰੀਆਂ ਨੂੰ ਇਨਕਮ ਟੈਕਸ ਨੇ ਨੋਟਿਸ ਜਾਰੀ ਕੀਤਾ ਸੀ ਤੇ ਛਾਪੇਮਾਰੀ ਦੌਰਾਨ ਪੰਜਾਬ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੇ ਘਰ ਤਾਂ CRPF ਜਵਾਨ ਵੀ ਤੈਨਾਤ ਕੀਤੇ ਗਏ ਸਨ। ਇਸ ਸਾਰੀ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸਖਤ ਨਾਰਾਜ਼ਗੀ ਜਤਾਈ ਹੈ ਤੇ ਕੇਂਦਰ ਦੇ ਇਸ ਰਵੱਈਏ ਦੀ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਕਾਰਵਾਈ ਕਰਕੇ ਕੇਂਦਰ ਸਰਕਾਰ ਲੋਕਾਂ ਦੇ ਗੁੱਸੇ ਨੂੰ ਵਧਾ ਰਹੀ ਹੈ। ਆੜਤੀਆਂ ਵੱਲੋਂ ਨੋਟਿਸ ਦਾ ਜਵਾਬ ਦੇਣ ਤੋਂ ਪਹਿਲਾਂ ਹੀ ਇਨਕਮ ਟੈਕਸ ਵੱਲੋਂ ਆੜਤੀਆਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜੋ ਕਿ ਸਾਫ਼ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰਵਾਉਣਾ ਚਾਹੁੰਦੀ ਹੈ। ਅਜਿਹੀਆਂ ਬਦਲਾਖੋਰੀ ਦੀਆਂ ਕਾਰਵਾਈਆਂ ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਦੇ ਲਈ ਠੀਕ ਨਹੀਂ। ਮੈਂ ਮੁੜ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਕਿਸਾਨਾਂ ਦੀ ਗੱਲ ਸੁਣਨ ਤੇ ਆਪਣੇ ਬਣਾਏ ਖੇਤੀ ਕਾਨੂੰਨ ਰੱਦ ਕਰ ਦੇਣ। ਦੋਗਲੀ ਜ਼ਬਾਨ ਜਿਹੜੀ ਹੈ, ਦੋਗਲੀ ਨੀਤੀ ਹੈ। ਇੱਕ ਪਾਸੇ ਸੱਦੇ ਦੀ ਚਿੱਠੀ ਦਿੰਦੇ ਹੈ, ਦੂਜੇ ਪਾਸੇ ਜਿਹੜੇ ਆੜਤੀ ਭਰਾ ਹੈ ਉਹਨਾਂ ਨੂੰ ਨੋਟਿਸ ਕੱਢੀ ਜਾਂਦੇ ਹੈ। ਸਭ ਨਹੀਂ, ਇਸ ਤਰ੍ਹਾਂ ਨਹੀਂ ਚੱਲ ਸਕਦਾ। ਉਧਰ ਦਿੱਲੀ ਦੇ ਆੜਤੀਏ ਵੀ ਕਿਸਾਨ ਅੰਦੋਲਨ ਨੂੰ ਸਮਰਥਨ ਦੇ ਰਹੇ ਨੇ, ਜਿਸ ਕਾਰਨ ਦਿੱਲੀ ਦੇ ਵਿੱਚ ਵੀ ਛਾਪੇਮਾਰੀਆਂ ਹੋਣ ਦੇ ਕਿਆਸ ਲਾਏ ਜਾ ਰਹੇ ਨੇ। ਪੰਜਾਬ 'ਚ ਹੋਈਆਂ ਛਾਪੇਮਾਰੀਆਂ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਨਿਖੇਧੀ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਜੋ ਵਪਾਰੀ ਕਿਸਾਨਾਂ ਨੂੰ ਸਮਰਥਨ ਦੇ ਵਿੱਚ ਮਦਦ ਕਰ ਰਹੇ ਨੇ, ਉਹਨਾਂ ਤੇ ਕੇਂਦਰ ਸਰਕਾਰ ਇਨਕਮ ਟੈਕਸ ਦੇ ਛਾਪੇ ਮਰਵਾ ਰਹੀ ਹੈ। ਵਪਾਰੀਆਂ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਨਾ ਸਰਾਸਰ ਗਲਤ ਹੈ। ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਲਈ ਇਹ ਸਭ ਕੀਤਾ ਜਾ ਰਿਹਾ ਹੈ। ਅੱਜ ਪੂਰਾ ਦੇਸ਼ ਕਿਸਾਨਾਂ ਦੇ ਨਾਲ ਖੜਾ ਹੈ। ਕੇਂਦਰ ਕਿਸ ਤੇ ਛਾਪੇ ਮਾਰੇਗੀ। ਅੱਜ ਜਿਹੜੇ ਪੰਜਾਬ ਦੇ ਵਪਾਰੀ ਉਹ ਇਮਾਨਦਾਰ ਨੇ, ਉਹਨਾਂ ਨੂੰ ਤੁਹਾਡੀਆਂ ਕੋਈ ਇਨਕਮ ਟੈਕਸ ਦੀਆਂ ਰੇਡਾਂ ਦਾ ਡਰ ਨਹੀਂ, ਉਹਨਾਂ ਨੂੰ ਤੁਹਾਡੇ ਹੋਰ ਕਿਸੇ ਜਿਹੜਾ ਤੁਸੀਂ ਡਰਾਵੇ ਦੇ ਰਹੇ ਹੋ ਉਹਦੇ ਤੋਂ ਨਹੀਂ ਡਰਦੇ। ਉਹ ਉਧਰ ਅਕਾਲੀ ਦਲ ਵੀ ਇਸ ਰੇਡ ਦਾ ਵਿਰੋਧ ਕਰ ਰਿਹਾ ਹੈ। ਆਈਟੀ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਆੜਤੀਆਂ ਤੇ ਜਿਸ ਤਰ੍ਹਾਂ ਰੇਡਸ ਕੀਤੀਆਂ ਨੇ, ਇਹ ਮੈਂ ਸਮਝਦਾ ਆੜਤੀਆਂ ਨੂੰ ਭੈਭੀਤ ਕਰਨ ਲਈ, ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਲਈ ਕੇਂਦਰ ਸਰਕਾਰ ਦੀ ਜਿਹੜੀ ਇਹ ਹੋਸ਼ੀ ਚਾਲ ਆ, ਇਹ ਬਹੁਤ ਹੀ ਨਿੰਦਣਯੋਗ ਆ ਔਰ ਮੈਂ ਸਮਝਦਾ ਮਹਿੰਗੀ ਪੈ ਗਈ ਸਰਕਾਰ ਨੂੰ। ਸਰਕਾਰ ਵੱਲੋਂ ਸੰਘਰਸ਼ ਲੜਨ ਵਾਲੇ ਲੋਕਾਂ ਨੂੰ ਜਾਂ ਸਹਿਯੋਗ ਦੇਣ ਵਾਲੇ ਲੋਕਾਂ ਨੂੰ ਆਪਣੇ ਸਾਧਨਾਂ ਰਾਹੀਂ ਭੈਭੀਤ ਕਰਨਾ ਇਹ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੈ। ਕਿਸਾਨ ਅੰਦੋਲਨ ਦੇ ਵਿਚਾਲੇ ਕਿਸਾਨਾਂ ਨੂੰ ਸਮਰਥਨ ਦੇਣ ਵਾਲੇ ਆੜਤੀਆਂ ਦੇ ਘਰਾਂ ਤੇ ਅਚਾਨਕ ਛਾਪੇਮਾਰੀ ਹੋ ਜਾਣਾ ਕਿਤੇ ਨਾ ਕਿਤੇ ਸਰਕਾਰ ਤੇ ਸਵਾਲ ਖੜੇ ਕਰਦਾ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹ ਸੱਚਮੁੱਚ ਠੀਕ ਨੇ। ਖੈਰ ਉਧਰ ਵਿਰੋਧੀ ਪਾਰਟੀਆਂ ਇਸ ਕਾਰਵਾਈ ਦਾ ਫਾਇਦਾ ਲੈਣ ਦੇ ਲਈ ਪੂਰਾ ਜ਼ੋਰ ਲਗਾ ਰਹੀਆਂ ਨੇ ਤੇ ਕੇਂਦਰ ਸਰਕਾਰ ਦੀ ਸਿਆਸੀ ਘੇਰਾਬੰਦੀ ਕਰ ਰਹੀਆਂ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।
ਤਾਂ ਸਿਆਸਤ ਇਸ ਪੂਰੇ ਮੁੱਦੇ ਉੱਤੇ ਹੋ ਰਹੀ ਹੈ ਤੇ ਦੂਜੇ ਪਾਸੇ ਆੜਤੀਆਂ ਦੇ ਉੱਤੇ ਹੋਈ ਇਨਕਮ ਟੈਕਸ ਦੀ ਰੇਡ ਨੂੰ ਲੈ ਕੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲਰਾ ਦੇ ਵੱਲੋਂ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਮੰਡੀਆਂ ਬੰਦ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਆੜਤੀਆਂ ਤੇ ਕਿਸਾਨਾਂ ਦਾ ਰਿਸ਼ਤਾ ਖਰਾਬ ਕਰ ਰਹੀ ਹੈ ਤੇ ਆੜਤੀ ਕਿਸਾਨ ਅੰਦੋਲਨ ਦਾ ਸਾਥ ਨਾ ਦੇਣ, ਇਸ ਲਈ ਇਹ ਇਨਕਮ ਟੈਕਸ ਦੀਆਂ ਰੇਡਾਂ ਕਰਵਾਈਆਂ ਜਾ ਰਹੀਆਂ। ਸਾਰੇ ਜੀਆਂ ਨੂੰ ਇਹ ਗੋਲੀ ਮਾਰ ਦੇਣ, ਅਸੀਂ ਇੱਕ ਕਿਸਾਨ ਅੰਦੋਲਨ ਤੋਂ ਪਿੱਛੇ ਨਹੀਂ ਹਟਾਂਗੇ ਜਦ ਤੱਕ ਕਿਸਾਨ ਜਥੇਬੰਦੀਆਂ ਇਹ ਜਿੱਤ ਕੇ ਨਹੀਂ ਆਉਂਦੀਆਂ ਜਾਂ ਉੱਠ ਕੇ ਨਹੀਂ ਆਉਂਦੀਆਂ। ਹਾਂਜੀ, ਮੰਡੀਆਂ ਬੰਦ ਵੀ ਕਰ ਰਹੇ ਮੰਡੀਆਂ ਅਸੀਂ ਦੇਖੋ ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 4 ਦਿਨ ਵਾਸਤੇ ਅਸੀਂ ਮੰਡੀਆਂ ਬੰਦ ਕਰਾਂਗੇ, ਜਿਹਦੇ ਚ ਅਸੀਂ ਕੋਈ ਫਸਲ ਦਾ ਲੈਣ ਦੇਣ ਵੇਚਾਂਗੇ ਨਹੀਂ, ਨਾ ਅਸੀਂ ਕਿਸੇ ਜ਼ਿਮੀਂਦਾਰ ਦਾ ਕੋਈ ਐਡਵਾਂਸ ਜਾਂ ਕੋਈ ਲੈਣ ਦੇਣ ਕਰਾਂਗੇ। ਸੰਪੂਰਨ ਤੌਰ ਤੇ ਜਿੰਦਰੇ ਮਾਰ ਕੇ ਅਸੀਂ ਦੁਕਾਨਾਂ ਬੰਦ ਕਰਕੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਜਿਹੜੇ ਇਹ ਰੇਡ ਕੀਤੇ ਗਏ ਆ ਉਹਦੇ ਖਿਲਾਫ ਇਹ 4 ਦਿਨ ਵਾਸਤੇ ਹੀ ਬੰਦ ਕੀਤਾ ਹੈ। ਉਧਰ ਕਿਸਾਨ ਵੀ ਆੜਤੀਆਂ ਦੇ ਸਮਰਥਨ ਦੇ ਵਿੱਚ ਉਤਰੇ ਨੇ। ਕਿਸਾਨਾਂ ਨੇ ਕਿਹਾ ਕਿ ਆੜਤੀ ਇਨਕਮ ਟੈਕਸ ਦੇ ਦਫ਼ਤਰਾਂ ਦਾ ਘਿਰਾਓ ਕਰਨ, ਉਹਨਾਂ ਨੂੰ ਪੂਰਾ ਸਮਰਥਨ ਕਿਸਾਨਾਂ ਦੇ ਵੱਲੋਂ ਦਿੱਤਾ ਜਾਏਗਾ। ਮੈਂ ਪੰਜਾਬ ਕਿਸਾਨ ਯੂਨੀਅਨ ਵੱਲੋਂ 5 ਮੈਂਬਰੀ ਟੀਮ ਵੀ ਭੇਜਤੀ ਤੇ ਉਹਨਾਂ ਦੀ ਆੜਤੀਆਂ ਦੀ ਅੱਜ ਮੀਟਿੰਗ ਵੀ ਸੀਗੀ। ਉਹਨਾਂ ਨੇ ਮੈਨੂੰ ਪੁੱਛਿਆ ਵੀ ਅਸੀਂ ਕੀ ਕਰੀਏ। ਮੈਂ ਉਹਨਾਂ ਨੂੰ ਇਹੀ ਰਾਏ ਦਿੱਤੀ ਸੀ ਵੀ ਜਿੰਨੇ ਇਨਕਮ ਟੈਕਸ ਦੇ ਦਫ਼ਤਰ ਨੇ ਹੁਣ ਆੜਤੀਆਂ ਨੂੰ ਸੜਕਾਂ ਤੇ ਆਉਣਾ ਪਊਗਾ ਤੇ ਜਿੰਨੀਆਂ ਜਥੇਬੰਦੀਆਂ ਤੁਹਾਡੀ ਮਦਦ ਕਰਨਗੀਆਂ ਤੇ ਉਹਨਾਂ ਦੇ ਘਿਰਾਓ ਕਰੋ। ਜੇ ਉਹ ਅਫਸਰ ਦਫ਼ਤਰਾਂ 'ਚ ਬੈਠੇ ਨੇ ਉੱਥੇ ਵਾਹੋ, ਜਿਹੜਾ ਸਮਾਨ ਚੱਕ ਕੇ ਲੈ ਕੇ ਇਹਨੂੰ ਵਾਪਸ ਕਰਾਓ। ਅਸੀਂ ਆੜਤੀਆਂ ਸਾਰੀਆਂ ਜਥੇਬੰਦੀਆਂ ਜਿੰਨੇ ਵੀ ਲੜਨ ਵਾਲੇ ਲੋਕ ਨੇ ਸਾਰੀਆਂ ਭਾਰਤ ਦੀਆਂ ਜਥੇਬੰਦੀਆਂ ਅਸੀਂ ਆੜਤੀਆਂ ਦੇ ਨਾਲ ਆਂਗੇ। ਬਿਲਕੁਲ ਉਹਨਾਂ ਨੂੰ ਜਾ ਨਹੀਂ ਜਾਣ ਦੇਵਾਂਗੇ ਕਿ ਠੀਕ ਆ ਅੱਜ ਸਾਡਾ ਇੱਥੇ ਵੱਡਾ ਅੰਦੋਲਨ ਚੱਲਦਾ ਹੈ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਪਲਵਲ ਦੇ ਵਿੱਚ ਅੰਦੋਲਨ ਦੇ ਦੌਰਾਨ ਕਿਸਾਨ ਅੰਦੋਲਨ ਦੇ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮੋਮਬੱਤੀਆਂ ਜਗਾ ਕੇ ਕਿਸਾਨਾਂ ਨੂੰ ਨਮਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਜਿਨ੍ਹਾਂ ਦੇ ਵੱਲੋਂ ਪੀੜਤ ਪਰਿਵਾਰਾਂ ਦੀ ਮਦਦ ਕਰਨ ਦੀ ਵੀ ਮੰਗ ਕੀਤੀ ਗਈ। पूरे देश में आज किसानों के धरना स्थलों पर श्रद्धांजलि सभाएं सुबह 11 बजे से आयोजित की गई। श्रद्धांजलि दी गई उन किसानों को जो किसान बीमारी से या सर्दी लगने से या हार्ट अटैक से धरना स्थलों पर जिनकी मौत हुई। इन किसानों का कहना है कि वो गर्व करते हैं उनकी शहादत पर और इनकी जीत निश्चित होगी। वो सदा याद रहेंगे। जिस तरह से यहाँ पर कैंडल मार्च यहाँ पर किसानों ने निकाला है, तो इनसे बात करते हैं क्या कहोगे। सुबह से ही श्रद्धांजलि सभाएं आयोजित रही, तमाम किसान सैकड़ों किसान शामिल हुए, तमाम किसान नेता यहाँ पर आए, दूसरी पार्टी विपक्ष के पार्टियों के भी नेता आए। तो अभी सुबह 11 बजे से अब तक लगातार आप श्रद्धांजलि अर्पित कर रहे हो, क्या कहोगे इस बारे में और क्या बदलाव होने जाएगा, क्या उम्मीद है अब आपको। सबसे पहले तो हम उन शहीदों को उन शहीदों को नमन करते हैं, प्रणाम करते हैं जो किसान समाज के लिए इतनी बड़ी शहादत दे के गए। उन शहीदों को हम प्रणाम करते हैं, याद करते हैं और जब तक सूरज चांद रहेगा किसान समाज पूरे भारत की आवाम उनको याद रखेगी। और हम सरकार से बस निवेदन कर रहे हैं शांति प्रिय तरीके से। इतने दिनों से धरना चला हुआ 24वां 25वां दिन है, तो निवेदन कर रहे हैं हम सरकार से कि किसानों की मांग को माने, किसानों की बातों को समझे। जो झूठा प्रचार कर रही है किसान बीजेपी सोच रही है कि एक झूठ को 100 बार बोलने से सच बना देंगे, उस फॉर्मूले को ਅੱਗੇ ਵਧਦੇ ਤੇ ਹੁਣ ਗੱਲ ਧੀਆਣੀਆਂ ਦੀ। ਕੁੜੀਆਂ ਹਰ ਮੋਰਚੇ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੀਆਂ ਨੇ। ਦਿੱਲੀ ਮੋਰਚੇ ਜਿੱਥੇ ਕਿਸਾਨ ਡਟੇ ਹੋਏ ਨੇ ਤਾਂ ਉੱਥੇ ਹੀ ਖੇਤਾਂ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਧੀਆਂ ਨੇ। ਧੀਆਂ ਟਰੈਕਟਰ ਚਲਾ ਕੇ ਖੇਤੀ ਕਰ ਰਹੀਆਂ ਨੇ। ਰਿਪੋਰਟ ਦੇਖੋ ਤੇ ਮੈਨੂੰ ਇਜਾਜ਼ਤ ਦਿਓ। ਧੰਨਵਾਦ। ਖੇਤੀ ਕਾਨੂੰਨਾਂ ਦੇ ਖਿਲਾਫ ਘੇਰਾਬੰਦੀ ਜਾਰੀ ਹੈ। ਕਿਸਾਨਾਂ ਨੇ ਦਿੱਲੀ ਦੇ ਬਾਰਡਰ ਉੱਤੇ ਡੇਰਾ ਲਾਇਆ ਹੋਇਆ ਹੈ। ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਨੇ। ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਸਾਂਭਿਆ ਹੋਇਆ ਹੈ ਤਾਂ ਪਿੱਛੋਂ ਪਰਿਵਾਰਾਂ ਨੇ ਘਰ ਦੇ ਕੰਮ ਸਾਂਭੇ ਹੋਏ ਨੇ। ਧੀਆਂ ਖੇਤੀ ਕਰ ਰਹੀਆਂ ਨੇ। ਤਸਵੀਰਾਂ ਬਠਿੰਡਾ ਦੇ ਪਿੰਡ ਮਹਿਮਾ ਭਗਵਾਨਾਂ ਦੀਆਂ ਨੇ, ਜਿੱਥੋਂ ਦੀ 17 ਸਾਲ ਦੀ ਕੁੜੀ ਬਲਦੀਪ ਕੌਰ ਖੇਤਾਂ ਦੇ ਵਿੱਚ ਕੰਮ ਕਰ ਰਹੀ ਹੈ। ਪਿਤਾ ਤੇ ਦਾਦਾ ਦਿੱਲੀ ਵਿੱਚ ਧਰਨੇ ਤੇ ਬੈਠੇ ਨੇ ਤੇ ਬਲਦੀਪ ਕੌਰ ਨੇ ਨਾ ਸਿਰਫ ਘਰ ਦੀ ਜ਼ਿੰਮੇਵਾਰੀ ਸੰਭੀ ਹੈ, ਪਸ਼ੂਆਂ ਦੀ ਸੰਭਾਲ ਕੀਤੀ ਹੈ, ਬਲਕਿ ਖੇਤਾਂ ਵਿੱਚ ਵੀ ਦੋ ਹੱਥ ਕਰ ਰਹੀ ਹੈ। ਖੇਤ ਦਾ ਸਾਰਾ ਕੰਮ ਹੀ ਜਿਵੇਂ ਪਾਣੀ ਲਾਉਣਾ, ਖੇਤੀ ਵਹਾਈ ਤੇ ਬਿਜਾਈ ਸਾਰਾ ਕੰਮ ਹੀ ਆਪ ਕਰਦੇ ਆ। ਘਰੇ ਪਸ਼ੂਆਂ ਨੂੰ ਸਾਂਭਣ ਦਾ ਕੰਮ ਵੀ ਕਰ ਲੈ।
ਬਲਦੀਪ ਕੌਰ ਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਮਾਰੂ ਦੱਸਿਆ ਹੈ ਅਤੇ ਕਿਹਾ ਕਿ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ ਤਾਂ ਜੋ ਕੜਾਕੇ ਦੀ ਠੰਡ ਦੇ ਵਿੱਚ ਸੰਘਰਸ਼ ਕਰ ਰਹੇ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ। ਸਾਡੀ ਇੱਕੋ ਇੱਕ ਬੇਨਤੀ ਹੈ ਸਰਕਾਰ ਨੂੰ ਵੀ ਜਿਹੜੇ 3 ਕਾਲੇ ਕਾਨੂੰਨ ਆ ਉਹਨਾਂ ਨੂੰ ਵਾਪਸ ਲਿਆ ਜਾਵੇ। ਦੂਜੀ ਤਸਵੀਰ ਜਲੰਧਰ ਦੇ ਕਰਤਾਰਪੁਰ ਦੀ ਹੈ। ਇੱਥੋਂ ਦੇ ਕਿਸਾਨ ਵੀ ਦਿੱਲੀ ਵਿੱਚ ਸੰਘਰਸ਼ ਕਰ ਰਹੇ ਨੇ ਅਤੇ ਘਰਾਂ ਦੀਆਂ ਜ਼ਿੰਮੇਵਾਰੀਆਂ ਔਰਤਾਂ ਨੇ ਸਾਂਭੀਆਂ ਹੋਈਆਂ ਨੇ। ਖੇਤਾਂ ਵਿੱਚ ਟਰੈਕਟਰ ਚਲਾ ਰਹੀ ਇਹ ਕੁੜੀ ਮਨਪ੍ਰੀਤ ਕੌਰ ਹੈ, ਜਿਸ ਦੇ ਪਿਤਾ ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਨੇ ਅਤੇ ਸਾਰੀ ਜ਼ਿੰਮੇਵਾਰੀ ਮਨਪ੍ਰੀਤ ਨੇ ਆਪਣੇ ਮੋਢਿਆਂ ਤੇ ਚੁੱਕੀ ਹੈ। ਘਰ ਦੇ ਕੰਮ ਦੇ ਨਾਲ-ਨਾਲ ਖੇਤੀ ਦਾ ਕੰਮ ਸੰਭਿਆ ਹੋਇਆ ਹੈ। ਵਾਹੁਣਾ ਸਾਰਾ ਕੁਝ ਆਲੂ ਪਟਨੇ ਵਗੈਰਾ ਜਿੱਦਾਂ ਹੁਣ ਡਿੱਗਾ ਚਲਾਉਣਾ ਹੁੰਦਾ ਪਾ ਕੇ ਉਹ ਵੀ ਕਰ ਲਈਦਾ ਆ। ਹਾਂਜੀ, ਹੋਰ ਵੀ ਜਿਹੜੇ ਕੰਮ ਉਹ ਵੀ ਕਰ ਲਈ। ਮਨਪ੍ਰੀਤ ਕੌਰ ਪਿਛਲੇ 4 ਸਾਲ ਤੋਂ ਟਰੈਕਟਰ ਚਲਾ ਰਹੀ ਹੈ, ਮਜਬੂਰੀ 'ਚ ਨਹੀਂ ਬਲਕਿ ਸ਼ੌਕੀਆ ਤੌਰ ਤੇ। ਮਨਪ੍ਰੀਤ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਸ ਦਾ ਸ਼ੌਕ ਇੱਕ ਦਿਨ ਜ਼ਿੰਮੇਵਾਰੀ ਬਣ ਜਾਏਗਾ ਅਤੇ ਇਸ ਜ਼ਿੰਮੇਵਾਰੀ ਨੂੰ ਉਹ ਬਾਖੂਬੀ ਨਿਭਾ ਵੀ ਰਹੀ ਹੈ। ਸ਼ੁਰੂ ਤੋਂ ਉਹਨਾਂ ਨੂੰ ਇਦਾਂ ਵਾਹੁੰਦੇ ਹੋਏ ਦੇਖ ਰਹੀ ਸੀਗੀ, ਫਿਰ ਟਰੈਕਟਰ ਚਲਾਉਂਦੇ ਹੋਏ ਤਾਂ ਇੱਕ ਸ਼ੌਕ ਬਣ ਗਿਆ ਸੀਗਾ ਵੀ ਮੈਂ ਵੀ ਸਿੱਖਣਾ ਹੈ ਤੇ ਮੈਂ ਵੀ ਚਲਾਉਣਾ ਹੈ। ਜਿੱਦਾਂ ਫਿਰ ਭਰਾ ਵੱਡਾ ਹੋਇਆ ਤਾਂ ਉਹ ਵੀ ਚਲਾਉਣ ਲੱਗ ਪਿਆ ਸੀਗਾ। ਸੋ ਮੈਨੂੰ 3-4 ਸਾਲ ਹੋ ਗਏ ਮੈਨੂੰ ਸਿੱਖੇ ਹੋਏ ਨੇ ਟਰੈਕਟਰ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਅੜੇ ਹੋਏ ਨੇ। 26 ਨਵੰਬਰ ਤੋਂ ਦਿੱਲੀ ਦੇ ਵਿੱਚ ਡੇਰਾ ਲਾਇਆ ਹੋਇਆ ਹੈ। ਕਿਸਾਨਾਂ ਨੇ ਖੇਤੀ ਕਾਨੂੰਨ ਰੱਦ ਹੋਣ ਤੱਕ ਵਾਪਸ ਨਾ ਆਉਣ ਦੀ ਗੱਲ ਕਹੀ ਹੈ ਅਤੇ ਪਿੱਛੋਂ ਘਰਾਂ ਤੇ ਖੇਤਾਂ ਦੀ ਜ਼ਿੰਮੇਵਾਰੀ ਹੁਣ ਔਰਤਾਂ ਦੇ ਹਵਾਲੇ ਹੈ ਅਤੇ ਔਰਤਾਂ ਵੀ ਇਸ ਉਮੀਦ ਤੇ ਖਰਾ ਉਤਰ ਰਹੀਆਂ ਨੇ। ਬਠਿੰਡਾ ਤੋਂ ਸੂਰਜਪਾਨ, ਜਲੰਧਰ ਤੋਂ ਸੁਰਿੰਦਰ ਕੰਬੋਜ।